ਹੈਲੋ ਵੀਵਰ, ਇੱਕ ਵਾਰੀ ਫੇਰ ਤੋਂ ਸਿੰਪਲ ਕੁਕਿੰਗ ਫੂਡ ਦੇ ਵਿੱਚ ਤੁਹਾਨੂੰ ਖੁਸ਼ ਆਮਦੇਦ। ਅੱਜ ਅਸੀਂ ਤੁਹਾਡੇ ਲਈ ਗ੍ਰੇਵੀ ਬੀਫ ਦੀ ਡਿਸ਼ ਲੈ ਕੇ ਆਏ ਹਾਂ। ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਗ੍ਰੇਵੀ ਬੀਫ ਮਾਰਕੀਟ ਦੇ ਵਿੱਚ ਗ੍ਰੇਵੀ ਬੀਫ ਦੇ ਨਾਂ ਦੇ ਨਾਲ ਹੀ ਅਵੇਲੇਬਲ ਹੈ। ਇਹਦੇ ਕੱਟਸ ਤੁਹਾਨੂੰ ਉੱਥੇ ਮਿਲ ਜਾਂਦੇ ਨੇ। ਅਸੀਂ ਇਹਨੂੰ ਬੋਟੀਆਂ ਦੀ ਸੂਰਤ 'ਚ ਡਾਈਸ ਕਰਾਂਗੇ, ਕੱਟਾਂਗੇ ਤੇ ਛੋਟੀਆਂ ਬੋਟੀਆਂ ਜਿੰਨੀਆਂ ਕਿ ਹੋਣੀਆਂ ਚਾਹੀਦੀਆਂ ਉਨੀਆਂ ਕੱਟ ਕੇ ਅਸੀਂ ਇਹਦੇ ਨਾਲ ਸਿੰਪਲ ਸਾਦਾ ਗ੍ਰੇਵੀ ਵਾਲਾ ਬੀਫ ਤਿਆਰ ਕਰਾਂਗੇ। ਤੇ ਆਓ ਆਪਣੀ ਡਿਸ਼ ਨੂੰ ਸ਼ੁਰੂ ਕਰਨੇ ਆ। ਮਾਰਕੀਟ ਦੇ ਵਿੱਚੋਂ ਤੁਸੀਂ ਇਸ ਤਰ੍ਹਾਂ ਗ੍ਰੇਵੀ ਬੀਫ ਦੀਆਂ ਟਰੇਵਾਂ ਖਰੀਦ ਸਕਦੇ ਜੇ। ਇਹ ਇਸੇ ਤਰ੍ਹਾਂ ਹੀ ਤਾਂ ਅਵੇਲੇਬਲ ਨੇ ਮਾਰਕੀਟ ਦੇ ਵਿੱਚ। ਅਸੀਂ ਇਹਨਾਂ ਨੂੰ ਕੱਟਾਂਗੇ ਛੋਟੇ ਪੀਸਿਸ ਦੇ ਵਿੱਚ। ਇਸ ਤੋਂ ਇਲਾਵਾ ਅਸੀਂ 2 ਟਮਾਟਰ ਡਾਈਸ ਕਰ ਲਏ ਨੇ, 3 ਪਿਆਜ਼ ਨੇ ਦਰਮਿਆਨੇ ਸਾਈਜ਼ ਦੇ, ਤੇ ਦਾਦੜਾ ਜਿਹਾ ਅਸੀਂ ਲਸਣ ਤੇ ਅਦਰਕ ਤਕਰੀਬਨ 10 ਤੁਰੀਆਂ ਲਸਣ ਦੀਆਂ ਤੇ 2 ਇੰਚ ਅਦਰਕ ਲਿਆ ਹੈ। ਖੁਸ਼ਕ ਮਸਾਲਾ ਜ਼ਾਤ ਦੇ ਵਿੱਚ ਸਾਡੇ ਕੋਲ ਨਮਕ ਹੈ ਤਕਰੀਬਨ 1.5 ਚਮਚਾ, 1 ਚਮਚਾ ਲਾਲ ਮਿਰਚ ਹੈ, 1 ਚਮਚਾ ਹਲਦੀ ਹੈ ਤੇ ਉਹਦੇ ਵਿੱਚ ਸਪਾਈਸਿਸ ਦੇ ਤੌਰ ਦੇ ਉੱਤੇ ਅਸੀਂ ਸੁੱਕਾ ਧਨੀਆ ਬਰੀਕ ਪੀਸਿਆ ਹੋਇਆ ਤੇ ਨਾਲ ਜ਼ੀਰਾ ਬਰੀਕ ਪੀਸਿਆ ਹੋਇਆ ਇਸਤੇਮਾਲ ਕਰਾਂਗੇ। ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸਾਂ ਕਿ ਗੋਸ਼ਤ ਤਕਰੀਬਨ 1 ਕਿਲੋ ਹੈਗਾ। ਤੇ ਆਓ ਆਪਣੀ ਡਿਸ਼ ਦਾ ਕੁਕਿੰਗ ਸ਼ੁਰੂ ਕਰਨੇ ਆ। ਕੁਕਿੰਗ ਸ਼ੁਰੂ ਕਰਨ ਲਈ ਅਸੀਂ ਇਸ ਦੇਚਕੀ ਦੇ ਵਿੱਚ ਤਕਰੀਬਨ 1 ਕੱਪ ਤੇਲ ਲੈ ਕੇ ਤੇ ਅੱਗ ਜਲਾਉਂਦੇ ਆ। 3 ਜਿਹੜੇ ਪਿਆਜ਼ ਅਸੀਂ ਲਏ ਸਨ ਉਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਲੈਂਦੇ ਆ। ਪਹਿਲਾ ਪ੍ਰੋਸੈਸ ਇਹਦਾ ਕੀ ਹੈ ਕਿ ਪਿਆਜ਼ ਨੂੰ ਅਸੀਂ ਹਲਕਾ ਜਿਹਾ ਬਰਾਊਨ ਕਰਨਾ ਹੈ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਗ੍ਰੇਵੀ ਦਾ ਕਲਰ ਕੀ ਲੈਣਾ ਚਾਹੁੰਦੇ ਜੇ। ਜੇ ਤੁਸੀਂ ਗ੍ਰੇਵੀ ਜ਼ਿਆਦਾ ਡਾਰਕ ਕਲਰ ਦੀ ਪਸੰਦ ਕਰਦੇ ਜੇ ਤੇ ਪਿਆਜ਼ ਨੂੰ ਤੁਸੀਂ ਜ਼ਿਆਦਾ ਬਰਾਊਨ ਕਰ ਸਕਦੇ ਜੇ। 3 ਪਿਆਜ਼ ਅਸੀਂ ਲਏ ਸਨ। जब तक प्याज साडा ब्राउन होंदा है ਅਸੀਂ ਜਿਹੜਾ ਗ੍ਰੇਵੀ ਬੀਫ ਹੈ ਉਹਨੂੰ ਬੋਟੀਆਂ ਦੀ ਸੂਰਤ 'ਚ ਕੱਟ ਲੈਂਦੇ ਆ। ਸਾਡਾ ਪਿਆਜ਼ ਜਿਹੜਾ ਹੈ ਹੁਣ ਹਲਕਾ ਹਲਕਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੈ। ਅਸੀਂ ਇਹਨੂੰ ਥੋੜਾ ਜਿਹਾ ਹੋਰ ਬਰਾਊਨ ਕਰਾਂਗੇ ਤੇ ਫਿਰ ਉਹਦੇ ਬਾਅਦ ਇਹਦੇ ਵਿੱਚ ਲਸਣ ਅਦਰਕ ਤੇ ਟਮਾਟਰ ਤੇ ਜਿਹੜੇ ਖੁਸ਼ਕ ਮਸਾਲਾ ਜਾਤ ਨੇ ਉਹ ਸ਼ਾਮਿਲ ਕਰਕੇ ਮਸਾਲਾ ਤਿਆਰ ਕਰਾਂਗੇ। ਪਿਆਜ਼ ਸਾਡਾ ਜਿਹੜਾ ਹੈ ਹੁਣ ਉਹ ਬਰਾਊਨ ਹੋ ਚੁੱਕਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਦੂਸਰੇ ਜਿਹੜੇ ਸਬਜ਼ੀਆਂ ਨੇ जिस लसन अदरक ते टमाटर वगैरह शामिल ने वो दाखिल करने हैं। पाने का लसन अदरक में थोड़ा जिहा भुनन की जरूरत होंदी है तेल दे विच शुरू च, ते उसदे बाद तुसीं इहदे च टमाटर शामिल कर सकते जे। टमाटर असी जिस तरह के 2 ले सन वो शामिल कर लेने। असी अपना गोश्त भी जोड़ा है वो बोटियां की सूरत च कट लिया है। ਤੁਸੀਂ ਇੰਨੀ ਬੋਟੀ ਜਿਹੜੀ ਹੈ ਉਹਦੀ ਕੱਟ ਸਕਦੇ ਜੇ। ਮੈਂ ਜਿਸ ਤਰ੍ਹਾਂ ਕਿ ਦੱਸਿਆ ਸੀ 1 ਚਾਹ ਦਾ ਚਮਚ ਜਿਹੜਾ ਹੈ ਉਹ ਅਸੀਂ ਇਹਦੇ ਵਿੱਚ ਲਾਲ ਮਿਰਚ ਇਸਤੇਮਾਲ ਕਰਨ ਦੇ ਆ ਤੇ 1.5 ਚਮਚ ਅਸੀਂ ਵਿੱਚ ਨਮਕ ਪਾ ਰਹੇ ਹਾਂ। 1 ਚਮਚ ਨਾਲ ਹਲਦੀ ਦਾ ਇਸਤੇਮਾਲ ਕੀਤਾ ਹੈ।
ਇਹ ਤਿੰਨ ਮਸਾਲੇ ਸਾਡੀ ਪੰਜਾਬੀ ਡਿਸ਼ਾਂ ਦਾ ਮੇਨ ਜੁਜ਼ ਨੇ। ਇਹੋ ਚੀਜ਼ਾਂ ਅਸੀਂ ਆਪਣੇ ਖਾਣਿਆਂ 'ਚ ਜ਼ਿਆਦਾਤਰ ਇਸਤੇਮਾਲ ਕਰਨੇ ਆ। ਥੋੜੀ ਦੇਰ ਤੱਕ ਇਹਨੂੰ ਭੁੰਨਾਂਗੇ। ਜਿਵੇਂ ਲਸਣ ਅਦਰਕ ਟਮਾਟਰ ਵਗੈਰਾ ਥੋੜੇ ਜਿਹੇ ਭੁੱਜ ਜਾਂਦੇ ਨੇ ਤੇ ਫਿਰ ਇਹਦੇ 'ਚ ਅਸੀਂ ਗੋਸ਼ਤ ਸ਼ਾਮਿਲ ਕਰਨੇ ਆ। ਮਸਾਲਾ ਸਾਡਾ ਕਿਉਂਕਿ ਅਸੀਂ ਥੋੜਾ ਮੋਟਾ ਹੀ ਕੱਟਿਆ ਸੀ, ਇਸ ਲਈ ਉਹਨੂੰ ਥੋੜਾ ਬਰੀਕ ਕਰਨ ਲਈ ਤੁਸੀਂ ਇਸ ਹਾਲਤ ਦੇ ਵਿੱਚ ਉਹਨੂੰ ਆਪਣੀ ਪਕਾਉਣ ਵਾਲੀ ਜੋ ਵੀ ਤੁਹਾਡਾ ਯੂਟੈਂਸਿਲ ਹੈ ਉਹਦੇ ਨਾਲ ਥੋੜਾ ਜਿਹਾ ਉਹਨੂੰ ਕਰ ਸਕਦੇ ਜੀ। ਕੋਈ ਇੰਨੀ ਜ਼ਰੂਰਤ ਖਾਸ ਨਹੀਂ ਹੈ ਕਿ ਉਹਨੂੰ ਕੱਢ ਕੇ ਤੇ ਕਿਸੇ ਮਿਕਸਰ ਦੇ ਵਿੱਚ ਪਹਿਲਾਂ ਮਿਕਸ ਕਰੋ, ਉਹਨੂੰ ਬਰੀਕ ਕਰੋ। ਦੋਸਤੋ ਇਹ ਖਾਣੇ ਜਿਹੜੇ ਅਸੀਂ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ, ਇਹ ਸਿੰਪਲ ਕੁਕਿੰਗ ਫੂਡ ਹੈ। ਇਹਦੇ ਵਿੱਚ ਕੋਈ ਫੈਂਸੀ, ਕੋਈ ਬਹੁਤ ਹੀ ਆਲਾ ਪਾਏ ਦੀ ਡਿਸ਼ਾਂ ਸ਼ਾਮਿਲ ਸ਼ਾਇਦ ਨਾ ਹੋ ਸਕਣ। ਇਹ ਘਰ ਦੇ ਵਿੱਚ ਬਣਾਉਣ ਵਾਲੀਆਂ ਡਿਸ਼ਾਂ ਨੇ ਤੇ ਘਰ ਦੇ ਵਿੱਚ ਤੁਸੀਂ ਆਪਣੇ ਇਹਦੇ ਨਾਲ ਇੰਜੋਏ ਕਰ ਸਕੋ। ਸਾਡਾ ਮੇਨ ਮਕਸਦ ਇਹ ਹੀ ਹੈ। ਇਸ ਵੇਲੇ ਮਸਾਲਾ ਤਕਰੀਬਨ ਭੁੱਜਦਾ ਜਾ ਰਿਹਾ ਹੈ ਤੇ ਅਸੀਂ ਇਹਦੇ ਵਿੱਚ ਗੋਸ਼ਤ ਜਿਹੜਾ ਕਿ ਕੱਟ ਕੇ ਪਹਿਲਾਂ ਰੱਖ ਚੁੱਕੇ ਹਾਂ ਉਹ ਹੁਣ ਸ਼ਾਮਿਲ ਕਰਾਂਗੇ। ਥਾਲੇ ਦੇ ਵਿੱਚ ਗੋਸ਼ਤ ਜਿਹੜਾ ਅਸੀਂ ਹੁਣ ਸ਼ਾਮਿਲ ਕਰ ਚੁੱਕੇ ਹਾਂ। ਇਸ ਹਾਲਤ ਦੇ ਵਿੱਚ ਅਸੀਂ ਇਹਦੇ ਵਿੱਚ ਥੋੜਾ ਜਿਹਾ ਤਕਰੀਬਨ ਅੱਧਾ ਕੁ ਗਲਾਸ ਪਾਣੀ ਪਾਵਾਂਗੇ ਤਾਂ ਕਿ ਗੋਸ਼ਤ ਤੇ ਮਸਾਲਾ ਆਪਸ 'ਚ ਰਚ ਬਸ ਸਕੇ। ਗੋਸ਼ਤ ਦੇ ਵਿੱਚ ਪਾਣੀ ਸ਼ਾਮਿਲ ਕਰਨ ਦੇ ਬਾਅਦ ਅਸੀਂ ਇਹਦੇ ਵਿੱਚ ਕੋਈ 2-3 ਹਰੀਆਂ ਮਿਰਚਾਂ ਸਾਬਤ ਹੀ ਭਾਵੇਂ ਤੁਸੀਂ ਰੱਖ ਦਿਓ ਉਹ ਪਾਵਾਂਗੇ ਤੇ ਨਾਲ ਉਹਦੇ ਬਾਅਦ ਥੋੜੀ ਦੇਰ ਦੇ ਲਈ ਇਹਦੇ ਉੱਤੇ ਢੱਕਣਾ ਦੇ ਕੇ ਇਹਨੂੰ ਪੱਕਣ ਦਾਂਗੇ। ਸਾਡਾ ਗ੍ਰੇਵੀ ਬੀਫ ਜਿਹੜਾ ਹੁਣ ਥੋੜਾ ਜਿਹਾ ਮਸਾਲੇ ਦੇ ਨਾਲ ਰਚ ਬਸਣ ਲੱਗ ਪਿਆ ਹੈਗਾ। ਸੋ ਥੋੜੀ ਜਿਹੀ ਦੇਰ ਦੇ ਲਈ ਅਸੀਂ ਇਹਦੇ ਉੱਤੇ ਦਾਂਗੇ ਢੱਕਣਾ ਤਾਂ ਕਿ ਇੱਕ ਤੇ ਉਹ ਮਸਾਲੇ ਦੇ ਜਿਹੜਾ ਗੋਸ਼ਤ ਦੇ ਅੰਦਰ ਸ਼ਾਮਿਲ ਹੋ ਸਕੇ, ਦੂਸਰੀ ਇਹ ਕਿ ਗੋਸ਼ਤ ਥੋੜਾ ਜਿਹਾ ਗਲ ਵੀ ਜਾਵੇ। ਅਜੇ ਅਸੀਂ ਇਹਨੂੰ ਪਹਿਲੀ ਸਟੇਜ ਦੇ ਵਿੱਚ ਭੁੰਨਣਾ ਵੀ ਹੈ ਗੋਸ਼ਤ ਨੂੰ। ਗੋਸ਼ਤ ਨੇ ਆਪਣਾ ਪਾਣੀ ਜਿਹੜਾ ਉਹਦੇ ਅੰਦਰ ਕੁਦਰਤੀ ਹੁੰਦਾ ਉਹ ਵੀ ਛੱਡ ਦਿੱਤਾ ਹੈ ਤੇ ਜਿਹੜਾ ਥੋੜਾ ਜਿਹਾ ਅਸੀਂ ਅੱਧਾ ਕੁ ਕੱਪ ਪਾਣੀ ਪਾਇਆ ਸੀ ਉਹ ਮਿਕਸ ਹੋ ਕੇ ਹੁਣ ਗੋਸ਼ਤ ਤੁਸੀਂ ਦੇਖ ਰਹੇ ਹੋਗੇ ਕਿ ਸਾਲਨ ਦਾ ਕਲਰ ਜਿਹੜਾ ਹੈ ਬੜਾ ਹੀ ਖੂਬਸੂਰਤ ਆਣਾ ਸ਼ੁਰੂ ਹੋ ਗਿਆ ਹੈ। ਇੱਕ ਅੱਛਾ ਸਾਲਨ ਨਜ਼ਰ ਆਉਣ ਲੱਗ ਪਿਆ ਹੈਗਾ। ਇਹਨੂੰ ਅਸੀਂ ਫਿਰ ਢੱਕਣਾ ਦੇ ਕੇ ਅਜੇ ਪੱਕਣ ਦਾਂਗੇ ਥੋੜੀ ਦੇਰ ਲਈ। ਸਾਲਨ ਸਾਡਾ ਥੋੜਾ ਭੁੱਜਣ ਦੀ ਹਾਲਤ 'ਚ ਆਉਂਦਾ ਜਾ ਰਿਹਾ। ਇਹਨੂੰ ਮੈਂ ਥੋੜੀ ਦੇਰ ਸਿਰਫ ਹੋਰ ਭੁੱਜਾਂਗਾ ਤੇ ਫਿਰ ਉਹਦੇ ਬਾਅਦ ਇਹਦੇ ਵਿੱਚ ਪਾਣੀ ਸ਼ਾਮਿਲ ਕਰਾਂਗੇ। ਤੁਸੀਂ ਇਹ ਦੇਖ ਸਕਦੇ ਜੇ ਕਿ ਗ੍ਰੇਵੀ ਨੇ ਜਿਹੜਾ ਉਹ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਸਿਚੁਏਸ਼ਨ ਦੇ ਵਿੱਚ ਇਸ ਹਾਲਤ 'ਚ ਜਦੋਂ ਸਾਲਨ ਪਹੁੰਚ ਜਾਏ ਤੇ ਉਹਦੇ ਵਿੱਚ ਅਸੀਂ ਪਾਣੀ ਸ਼ਾਮਿਲ ਕਰ ਸਕਦੇ ਹਾਂ। ਪਾਣੀ ਅਸੀਂ ਜਿਹੜਾ ਇਹਦੇ ਵਿੱਚ ਤਕਰੀਬਨ 1.5 ਜਿਹੜਾ ਗਲਾਸ ਹੈ ਗਰਮ ਪਾਣੀ ਇਸਤੇਮਾਲ ਕਰਾਂਗੇ। ਉਹ ਮੈਂ ਗਰਮ ਕਰ ਲਿਆ ਹੈਗਾ ਤੇ ਉਹ ਗਰਮ ਪਾਣੀ ਇਸ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਠੰਡਾ ਪਾਣੀ ਇਸਤੇਮਾਲ ਕਰੋਗੇ ਤੇ ਸਾਲਨ ਦਾ ਟੈਂਪਰੇਚਰ ਡ੍ਰੌਪ ਹੋ ਜਾਏਗਾ ਤੇ ਉਹ ਟਾਈਮ ਲਏਗਾ ਦੁਬਾਰਾ ਉਸ ਟੈਂਪਰੇਚਰ ਤੇ ਆਉਣ ਤੇ। ਇਸ ਲਈ ਜਦੋਂ ਵੀ ਕਦੀ ਸਾਲਨ ਦੇ ਵਿੱਚ ਇਸ ਹਾਲਤ 'ਚ ਪਾਣੀ ਪਾਓ ਤੇ ਉਹਦੇ ਵਿੱਚ ਗਰਮ ਪਾਣੀ ਸ਼ਾਮਿਲ ਕਰੋ। ਸਾਲਨ ਦੇ ਵਿੱਚ ਕੋਈ ਤਕਰੀਬਨ 1.5 ਕੱਪ ਜਾਂ 1.5 ਗਲਾਸ ਜਿਹੜਾ ਹੈ ਉਹ ਪਾਣੀ ਸ਼ਾਮਿਲ ਕਰਨ ਲੱਗੇ ਆ। ਪਾਣੀ ਜਿਹੜਾ ਇਹਦੇ 'ਚ ਥੋੜਾ ਜਿਹਾ ਜ਼ਿਆਦਾ ਇਸ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ ਕਿ ਗ੍ਰੇਵੀ ਬੀਫ ਜਿਹੜਾ ਹੈ ਉਹ ਹਲਕਾ ਜਿਹਾ ਸਖਤ ਗੋਸ਼ਤ ਹੈ, ਲੇਕਿਨ ਚੂੰਕਿ ਉਹ ਗ੍ਰੇਵੀ ਬੀਫ ਹੈ ਇਹਦੇ ਨਾਲ ਗ੍ਰੇਵੀ ਬਹੁਤ ਅੱਛੀ ਬਣਦੀ ਹੈ ਤੇ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗਾ ਕਿ ਜੇ ਤੁਸੀਂ ਗ੍ਰੇਵੀ ਵਾਲਾ ਖਾਣਾ ਖਾਣਾ ਚਾਹੁੰਦੇ ਜੇ, ਗ੍ਰੇਵੀ ਵਾਲਾ ਬੀਫ ਬਣਾਉਣਾ ਚਾਹੁੰਦੇ ਜੇ ਤੇ ਗ੍ਰੇਵੀ ਬੀਫ ਹੀ ਇਸਤੇਮਾਲ ਕਰੋ। ਇਹਨੂੰ ਅਸੀਂ ਹੁਣ ਇਸ ਹਾਲਤ ਦੇ ਵਿੱਚ ਥੋੜੀ ਜਿਹੀ ਅੱਗ ਸਲੋ ਕਰਕੇ ਤੇ ਢੱਕਣਾ ਦੇ ਦਾਂਗੇ ਤਾਂ ਕਿ ਇਹ ਸਲੋ ਅੱਗ ਦੇ ਉੱਤੇ ਥੋੜੀ ਦੇਰ ਪੱਕ ਸਕੇ। ਸਾਲਨ ਦੇ ਉੱਤੇ ਅਸੀਂ ਢੱਕਣਾ ਦੇ ਦਿੱਤਾ ਹੈ। ਇਹਨੂੰ ਅਸੀਂ ਕੋਈ ਤਕਰੀਬਨ 15 ਤੋਂ 20 ਮਿੰਟ ਤੱਕ ਇਸੇ ਤਰ੍ਹਾਂ ਹੀ ਪਕਾਵਾਂਗੇ ਤਾਂ ਕਿ ਗੋਸ਼ਤ ਜਿਹੜਾ ਹੈ ਉਹ ਅੱਛੀ ਤਰ੍ਹਾਂ ਟੈਂਡਰ ਹੋ ਸਕੇ। ਇਸ ਦੌਰਾਨ ਆਓ ਤੁਹਾਡੇ ਮਨੋਰੰਜਨ ਲਈ ਇੱਕ ਤੁਹਾਡੇ ਨਾਲ ਗਾਣਾ ਸ਼ੇਅਰ ਕਰਨੇ ਆ। ਸੋਚਾਂ ਵਿੱਚ ਤੂੰ, ਖ਼ਵਾਬਾਂ ਵਿੱਚ ਤੂੰ, ਪੜ੍ਹਨ ਜੋ ਬੈਠਾ ਮੈਂ ਕਿਤਾਬਾਂ ਵਿੱਚ ਤੂੰ, ਵੈਰੀਆਂ ਤੇ ਮਿੱਤਰ ਪਿਆਰਿਆਂ 'ਚ ਤੂੰ, ਹੁਣ ਮੈਨੂੰ ਦਿਸਣੀ ਏ, ਹੁਣ ਮੈਨੂੰ ਦਿਸਣੀ ਏ ਸਾਰਿਆਂ 'ਚ ਤੂੰ,
ਹੁਣ ਮੈਨੂੰ ਦਿਸਣੀ ਏ ਸਾਰਿਆਂ 'ਚ ਤੂੰ। ਠੰਡੀ ਠੰਡੀ ਛਾਂ ਕੋਸੀ ਧੁੱਪ ਵਿੱਚ ਤੂੰ, ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿੱਚ ਤੂੰ। ਠੰਡੀ ਠੰਡੀ ਛਾਂ ਕੋਸੀ ਧੁੱਪ ਵਿੱਚ ਤੂੰ, ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿੱਚ ਤੂੰ। ਲੋਕਾਂ ਦੀਆਂ ਗੱਲਾਂ ਤੇ ਹੁੰਗਾਰਿਆਂ 'ਚ ਤੂੰ, ਹੁਣ ਮੈਨੂੰ ਦਿਸਣੀ ਏ, ਹੁਣ ਮੈਨੂੰ ਦਿਸਣੀ ਏ ਸਾਰਿਆਂ 'ਚ ਤੂੰ। ਹੁਣ ਮੈਨੂੰ ਦਿਸਣੀ ਏ ਸਾਰਿਆਂ 'ਚ ਤੂੰ। ਤੇਰੇ ਨਾਲ ਜ਼ਿੰਦਗੀ ਸਜਾਣੀ ਲੋਚਦਾ, ਇੱਕ ਨਵੀਂ ਦੁਨੀਆ ਵਸਾਣੀ ਲੋਚਦਾ। ਤੇਰੇ ਨਾਲ ਜ਼ਿੰਦਗੀ ਸਜਾਣੀ ਲੋਚਦਾ, ਇੱਕ ਨਵੀਂ ਦੁਨੀਆ ਵਸਾਣੀ ਲੋਚਦਾ। ਵਸੇ ਮੇਰੇ ਜਜ਼ਬੇ ਕੰਵਾਰਿਆਂ 'ਚ ਤੂੰ, ਹੁਣ ਮੈਨੂੰ ਦਿਸਣੀ ਏ, ਹੁਣ ਮੈਨੂੰ ਦਿਸਣੀ ਏ ਸਾਰਿਆਂ 'ਚ ਤੂੰ। ਹੁਣ ਮੈਨੂੰ ਦਿਸਣੀ ਏ ਸਾਰਿਆਂ 'ਚ ਤੂੰ। ਮੈਂ ਉਮੀਦ ਕਰਨਾ ਕਿ ਜੋ ਅਸੀਂ ਇਹ ਕੰਮ ਕਰਨ ਦੇ ਆ ਤੁਹਾਨੂੰ ਪਸੰਦ ਆਏਗਾ। ਤੁਸੀਂ ਇਹਦੇ ਨਾਲ ਖਾਣਾ ਪਕਾਉਣਾ ਅੱਛੇ ਤਰੀਕੇ ਨਾਲ ਸਿੱਖ ਸਕਦੇ ਜੇ। ਬੜੀ ਡਿਟੇਲ ਦੇ ਨਾਲ ਮੈਂ ਕੋਸ਼ਿਸ਼ ਕਰਨ ਰਿਹਾ ਕਿ ਅਸੀਂ ਤੁਹਾਨੂੰ ਇੱਕ ਇੱਕ ਸਟੈਪ ਦੇ ਜ਼ਰੀਏ ਦੱਸ ਸਕੀਏ ਕਿ ਕਿਸ ਤਰ੍ਹਾਂ ਕੁਕਿੰਗ ਕਰਨੀ ਹੈ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਤੇ ਇਹਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ, ਆਪਣੇ ਅਜ਼ੀਜ਼ੋ ਅਕਾਰਬ ਦੇ ਨਾਲ ਸ਼ੇਅਰ ਕਰੋ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਲਈ ਮੌਕੇ ਤੇ ਮੌਜੂਦ ਹੋਵੇ। ਤੋ ਇਹ ਸਾਡੇ ਸਾਲਨ ਦੀ ਫਾਈਨਲ ਜਿਹੜੀ ਹਾਲਤ ਹੈ ਤੁਸੀਂ ਦੇਖ ਰਹੇ ਜੇ, ਕਿੰਨਾ ਖੂਬਸੂਰਤ ਇਹਦੇ ਉੱਤੇ ਕਲਰ ਆਇਆ। ਸਾਲਨ ਮੁਕੰਮਲ ਤੌਰ ਤੇ ਤਿਆਰ ਹੈ। ਬਸ ਇਹ ਆ ਕਿ ਇਹਨੂੰ ਉਤਾਰਨ ਤੋਂ ਪਹਿਲਾਂ, ਜੈਸਾ ਕਿ ਮੈਂ ਪਹਿਲਾਂ ਦੱਸਿਆ ਸੀ, ਇਹਦੇ ਵਿੱਚ ਅਸੀਂ ਥੋੜਾ ਜਿਹਾ ਖੁਸ਼ਕ ਮਸਾਲਾ ਜਾਤ ਜਿਹਦੇ ਵਿੱਚ ਅਸੀਂ ਸੁੱਕਾ ਧਨੀਆ ਤੇ ਸਿਰਫ ਜ਼ੀਰਾ ਇਸਤੇਮਾਲ ਕਰਨੇ ਆ, ਉਹ ਸ਼ਾਮਿਲ ਕਰਾਂਗੇ। ਉਹ ਸ਼ਾਮਿਲ ਕਰਕੇ ਅਸੀਂ ਇਹਨੂੰ ਡਿਸ਼ ਆਊਟ ਕਰਨੇ ਆ। ਤੇ ਇਹ ਦੋਸਤੋ ਸਾਡੀ ਫਾਈਨਲ ਡਿਸ਼ ਹੈ। ਮੈਂ ਉਮੀਦ ਕਰਨਾ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਘਰ ਖਾਣਾ ਬਣਾਓਗੇ ਤੇ ਉਹ ਖਾਣਾ ਬਹੁਤ ਹੀ ਮਜ਼ੇਦਾਰ ਬਣੇਗਾ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਦੋਸਤੋ ਹੱਸਦੇ ਰਹੋ, ਖੇਡਦੇ ਰਹੋ, ਖਾਂਦੇ ਰਹੋ, ਗਾਉਂਦੇ ਰਹੋ ਤੇ ਖੁਦਾ ਤੁਹਾਨੂੰ ਖੁਸ਼ ਰੱਖੇ। ਮਿਲਨੇ ਆ ਅਗਲੀ ਵੀਡੀਓ ਦੇ ਵਿੱਚ। ਖੁਦਾ ਹਾਫਿਜ਼।